ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਣ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ। ਸੁਖ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੇ, ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹ ਦੇ ਸ਼ਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾ। ਵਾਹਿਗੁਰੂ ਸਾਹਿਬ ਜੀ। ਸੋਰਠ ਮਹਲਾ ਪੰਜਵਾ। ਗੁਰ ਪੂਰੈ ਕਿਰਪਾ ਧਾਰੀ, ਪ੍ਰਭ ਪੂਰੇ ਲੋਚ ਹਮਾਰੀ। ਗੁਰ ਪੂਰੈ ਕਿਰਪਾ ਧਾਰੀ, ਪ੍ਰਭ ਪੂਰੇ ਲੋਚ ਹਮਾਰੀ। ਕਰ ਇਸ਼ਨਾਨ ਗ੍ਰਹਿ ਆਏ, ਆਨੰਦ ਮੰਗਲ ਸੁਖ ਪਾਏ। ਸੰਤੋ ਰਾਮ ਨਾਮ ਨਿਸਤਰੀਐ, ਊਠਤ ਬੈਠਤ ਹਰ ਹਰ ਧਿਆਈਐ। ਆਨ ਦਿਨ ਸੋ ਕ੍ਰਿਤ ਕਰੀਐ, ਰਹਾਉ ਸੰਤ ਕਾ ਮਾਰਗ ਧਰਮ ਕੀ ਪੌੜੀ। ਕੋਵਡ ਭਾਗੇ ਪਾਏ, ਕੋਟ ਜਨਮ ਕੇ ਕਿਲ ਵਿਖ ਨਾਸੇ। ਹਰ ਚਰਣੀ ਚਿਤ ਲਾਏ, ਉਸਤਤ ਕਰੋ ਸਦਾ ਪ੍ਰਭ ਆਪਣੇ। ਜਿਨ ਪੂਰੇ ਕਲ ਰਾਖੀ, ਜੀ ਜੰਤ ਸਭ ਭਏ ਪਵਿੱਤਰਾ। ਸਤਿਗੁਰ ਕੇ ਸੱਚ ਸਾਖੀ, ਬਿਗਨ ਵਿਨਾਸਣ ਸਭ ਦੁਖ ਨਾਸਣ। ਸਤਿਗੁਰ ਨਾਮ ਦ੍ਰਿੜਾਇਆ, ਖੋਏ ਪਾਪ ਭਏ ਸਭ ਪਾਵਨ। ਜਨ ਨਾਨਕ ਸੁਖ ਘਰ ਆਇਆ, ਬਿਗਨ ਵਿਨਾਸਣ ਸਭ ਦੁਖ ਨਾਸਣ।
ਸਤਿਗੁਰ ਨਾਮ ਦ੍ਰਿੜਾਇਆ। ਖੋਏ ਪਾਪ ਭਏ ਸਭ ਪਾਵਨ, ਜਨ ਨਾਨਕ ਸੁਖ ਘਰ ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜੂਰ ਜਹਰ ਜਹੂਰ ਸ਼ਬਦ ਗੁਰੂ, ਜੁਗਮ ਜੁਗ ਅਟਲ ਸਤਿਗੁਰੂ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਪੂਜਨੀਕ ਧੰਨ ਮਾਤਾ ਰਾਜਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਹੁਕਮ ਦੇ ਵਿਚਾਰ ਦੇ ਨਾਲ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹਲਾ ਪੰਜਵਾਂ। ਗੁਰ ਪੂਰੈ ਕਿਰਪਾ ਧਾਰੀ, ਪ੍ਰਭ ਪੂਰੀ ਲੋਚ ਹਮਾਰੀ। ਸੋਰਠ ਰਾਗ ਵਿੱਚ ਪੰਚਮ ਪਾਤਸ਼ਾਹ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਬਚਨ, ਅੰਗ ਨੰਬਰ 621 622 ਦੇ ਉੱਤੇ ਸੁਭਾਇਮਾਨ ਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅੱਜ ਦੇ ਇਸ ਪਾਵਨ ਸ਼ਬਦ ਦੇ ਰਾਹੀਂ ਜੋ ਸਾਨੂੰ ਉਪਦੇਸ਼ ਦਿੱਤਾ ਹੈ, ਉਹਦੇ ਸਾਰੇ ਸ਼ਬਦ ਦਾ ਸਮੁੱਚਾ ਭਾਵ ਇਹ ਹੈ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਇਹ ਗੁਰੂ ਕੇ ਸਿੱਖੋ, ਇਹ ਸੰਤ ਜਨੋ, ਕਿ ਜੇ ਇਸ ਭਵ ਸਾਗਰ ਤੋਂ ਪਾਰ ਹੋਣਾ ਹੈ, ਸੰਸਾਰ ਸਮੁੰਦਰ ਨੂੰ ਲੰਘਣਾ ਹੈ, ਉਹਦਾ ਢੰਗ ਤਰੀਕਾ ਕੇਵਲ ਇੱਕੋ ਹੈ ਕਿ ਉਸ ਪਰਿਪੂਰਨ ਪਰਮਾਤਮਾ ਨੂੰ ਜਪੀਏ, ਦਿਨ ਰਾਤ ਜਪੀਏ, ਉੱਠਦਿਆਂ ਬੈਠਦੇ ਜਪੀਏ। ਤੇ ਇਹ ਪਰਮੇਸ਼ਰ ਦਾ ਨਾਮ ਜਿਹੜਾ ਹੈ, ਇਹ ਗੁਰੂ ਤੋਂ ਬਿਨਾਂ ਹੋਰ ਕਿਤੋਂ ਮਿਲਣਾ ਨਹੀਂ। ਹੁਣ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਦਾ ਪਾਵਨ ਬਚਨ, ਸਭ ਤੋਂ ਪਹਿਲੀ ਪੰਕਤੀ, ਗੁਰ ਪੂਰੈ ਕਿਰਪਾ ਧਾਰੀ। ਗੁਰ ਦੇ ਰਾਰੇ ਨੂੰ ਸਿਆਰੀ ਹੈ, ਜਿੰਦਾ ਕਰੀ ਅਰਥ ਗੁਰੂ ਨੇ। ਪਰ ਕਿਹੜੇ ਗੁਰੂ ਨੇ? ਕਿਉਂਕਿ ਭੁਲੇਖਾ ਬਹੁਤਾ ਪਾਇਆ ਜਾਂਦਾ ਨਾ, ਦੇਹਧਾਰੀਆਂ ਨੂੰ ਵੀ ਲੋਕ ਕਹੀ ਜਾਂਦੇ ਨੇ ਕਿਹੜੇ ਗੁਰੂ ਨੇ। ਔਰ ਸਤਿਗੁਰੂ ਜੀ ਨੇ ਅੱਗੇ ਸ਼ਬਦ ਵਰਤਿਆ ਪੂਰਾ, ਤੇ ਪੂਰਾ ਉਹ ਹੈ ਕਿ ਜਿਹੜਾ ਨਾ ਆਉਂਦਾ ਹੈ ਨਾ ਜਾਂਦਾ ਹੈ, ਨਾ ਜੰਮਦਾ ਹੈ ਨਾ ਮਰਦਾ ਹੈ। ਪੂਰਾ ਗੁਰੂ ਸ਼ਬਦ ਗੁਰੂ, ਜਿਹਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਪਾਵਨ ਬਚਨ ਕਹੇ ਨੇ ਕਿ ਸਾਡਾ ਗੁਰੂ ਸ਼ਬਦ ਹੈ। ਸ਼ਬਦ ਗੁਰੂ ਸੁਰਤ ਧੁਨ ਚੇਲਾ। ਔਰ ਗੁਰ ਦੇ ਨਾਲ ਪੂਰਾ ਸ਼ਬਦ ਗੁਰੂ ਸਾਹਿਬ ਜੀ ਨੇ ਲਾਏ, ਇਸ ਕਰਕੇ ਕਿ ਕੋਈ ਭਰਮ, ਕੋਈ ਭੁਲੇਖਾ ਗੁਰੂ ਕੇ ਸਿੱਖੋਂ ਰਹਿ ਨਾ ਜਾਏ। ਔਰ ਫਿਰ ਵੀ ਜਿਹੜੇ ਭੁਲੇਖੇ ਦੇ ਵਿੱਚ ਦੇਹਧਾਰੀਆਂ ਨੂੰ ਬਣਾ ਬੈਠਦੇ ਨੇ, ਗੁਰੂ ਸਾਹਿਬ ਜੀ ਨੇ ਉਹਨਾਂ ਵਾਸਤੇ ਬਚਨ ਵਰਤੇ ਨੇ ਕਿ ਕਦੇ ਧਿਆਨ ਰੱਖਿਓ ਕਿ ਜਿਹੜਾ ਬੰਦਾ ਆਪ ਹੀ ਅੰਨਾ ਹੋਵੇ, ਜਿਹਨੂੰ ਆਪ ਹੀ ਸਮਝ ਨਾ ਹੋਵੇ, ਉਹ ਆਪਣੇ ਚੇਲਿਆਂ ਨੂੰ ਕੀ ਸਮਝਾਏਗਾ। ਹੁਣ ਅੰਨੇ ਬੰਦੇ ਨੂੰ ਆਪ ਹੀ ਰਾਹ ਨਾ ਪਤਾ ਹੋਵੇ ਤਾਂ ਦੂਜਿਆਂ ਨੂੰ ਰਸਤੇ ਪਾਏਗਾ ਕਿਵੇਂ।
ਔਰ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਦੇਖੋ ਕਹਿੰਦੇ ਨੇ, ਗੁਰੂ ਜਿਨ੍ਹਾਂ ਕਾ ਅੰਧਲਾ ਉਹ ਕਰਦੇ ਕੀ ਨੇ, ਜਿਨ੍ਹਾਂ ਦਾ ਗੁਰੂ ਹੀ ਨਾ ਹੋਵੇ, ਜਿਹਨੂੰ ਗਿਆਨ ਹੀ ਸਮਝ ਨਾ ਹੋਵੇ। ਗੁਰੂ ਜਿਨ੍ਹਾਂ ਕਾ ਅੰਧਲਾ ਉਹ ਅੰਧੇ ਕਰਮ ਕਰੇਨ। ਸਤਿਗੁਰੂ ਜੀ ਕਰਮ ਵੀ ਅੰਨੇ ਹੁੰਦੇ ਨੇ। ਅੰਨੇ ਕਰਮ ਕਿਹੜੇ ਹੁੰਦੇ ਨੇ? ਗੁਰੂ ਸਾਹਿਬ ਨੇ ਅਗਲੀ ਪੰਕਤੀ 'ਚੋਂ ਸਮਝਾਇਆ ਵੀ, ਕਹਿੰਦੇ ਉਹਨਾਂ ਨੂੰ ਭੁਲੇਖਾ ਪੈ ਜਾਂਦਾ ਹੈ। ਉਹ ਭਾਣੇ ਚੱਲਣ ਆਪਣੇ, ਨਿਤ ਝੂਠੋ ਝੂਠ ਬੁਲੇਣ। ਉਹਨਾਂ ਨੂੰ ਸਮਝ ਲੱਗਦੀ ਨਹੀਂ ਅਸਲ ਵਿੱਚ ਕਿ ਝੂਠ ਕੀ ਤੇ ਸੱਚ ਕੀ। ਬਸ ਝੂਠ ਦੇ ਪਿੱਛੇ ਲੱਗੇ ਜਾਂਦੇ ਨੇ, ਝੂਠ ਹੀ ਬੋਲਦੇ ਨੇ। ਆਪਣੇ ਭਾਣੇ, ਆਪਣੇ ਮਨ ਮਰਜ਼ੀ ਦੇ ਨਾਲ, ਆਪਣੀ ਬਣਾਈ ਹੋਈ ਮਰਿਆਦਾ ਦੇ ਮੁਤਾਬਕ, ਜਾਂ ਆਪਣੇ ਉਸ ਬਣਾਏ ਹੋਏ ਅੰਨੇ ਗੁਰੂ ਦੀ ਮਰਿਆਦਾ ਦੇ ਮੁਤਾਬਕ ਚੱਲੀ ਜਾਂਦੇ ਨੇ। ਔਰ ਖਿਮਾ ਕਰਨਾ, ਬਹੁਤ ਸਾਰੇ ਸਾਡੇ ਵਿੱਚ ਬਣ ਚੁੱਕੇ ਨੇ, ਪਰ ਭਾਵੇਂ ਸਿੱਧੇ ਤੌਰ 'ਤੇ ਆਪਣੇ ਆਪ ਨੂੰ ਨਹੀਂ ਕਹਿੰਦੇ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ। ਇਵੇਂ ਦੇ ਜਿਹੜੇ ਅੰਨੇ ਗੁਰੂ ਬਣ ਬੈਠੇ ਨੇ, ਕਹਿੰਦੇ ਉਹਨਾਂ ਦੇ ਦੱਸੇ ਹੋਏ ਰਸਤੇ ਤੇ ਅਸਲ ਵਿੱਚ ਚੱਲੇਗਾ ਉਹ ਜਿਹੜਾ ਆਪ ਵੀ ਅੰਨਾ ਹੈ। ਗੁਰੂ ਵੀ ਅੰਨਾ ਤੇ ਆਪ ਵੀ ਅੰਨਾ। ਸਤਿਗੁਰੂ ਦਾ ਇੱਕ ਪਾਵਨ ਬਚਨ ਹੈ, ਕਹਿੰਦੇ ਅੰਧੇ ਕੇ ਰਾਹੈ ਦੱਸੀਐ, ਅੰਧਾ ਹੋਏ ਸੋ ਜਾਏ। ਹੁਣ ਅੰਨਾ ਰਾਹ ਬੋਲ ਕੇ ਦੱਸ ਦੇ ਕਿ ਵੀ ਚੱਲੇ ਜੇ ਸੱਜੇ ਪਾਸੇ, ਸਿੱਧਾ ਚੱਲੀ ਜਾ। ਜਿਹੜਾ ਅੰਨਾ ਹੋਏਗਾ ਉਹ ਤੇ ਫਿਰ ਤੁਰ ਪਏਗਾ। ਪਰ ਸਤਿਗੁਰੂ ਜੀ ਕਹਿੰਦੇ ਨੇ ਹੋਏ ਸੁਜਾਖਾ ਨਾਨਕਾ, ਸੋ ਕੇ ਉਜੜ ਪਾਏ। ਜਿੰਦੇ ਕੋਲ ਗਿਆਨ ਦੀਆਂ ਅੱਖਾਂ ਨੇ, ਜਿਹਨੂੰ ਸਮਝ ਹੈ, ਉਹ ਪੁੱਠੇ ਰਸਤੇ ਤੇ ਕਿਉਂ ਚੱਲੇਗਾ? ਇਵੇਂ ਦੇ ਅੰਨੇ ਗੁਰੂ ਦੇ ਰਸਤੇ ਤੇ ਚੱਲੇਗਾ ਕਿਉਂ? ਹੁਣ ਸਭ ਤੋਂ ਪਹਿਲੀ ਗੁਰੂ ਸਾਹਿਬ ਦੀ ਬਖਸ਼ਿਸ਼ ਕਿ ਕਿਰਪਾ ਜਿਹੜੀ ਹੈ ਉਹ ਪੂਰੇ ਗੁਰੂ ਨੇ ਕਰਨੀ ਹੈ। ਗੁਰ ਪੂਰੈ ਕਿਰਪਾ ਧਾਰੀ। ਦੂਜੀ ਬੇਨਤੀ, ਕਿਰਪਾ ਕੀ ਹੈ? ਔਰ ਹੱਥ ਜੋੜ ਕੇ ਖਿਮਾ ਪਹਿਲੋਂ ਮੰਗ ਲਾ ਸੀ ਸਿੱਖਾਂ ਨੇ। ਇਸ ਕਿਰਪਾ ਦਾ ਅਰਥ ਜਿਹੜਾ ਨਾ ਬਹੁਤ ਛੋਟਾ ਜਿਹਾ ਕਰ ਦਿੱਤਾ, ਜਾਂ ਕਹਿ ਲਿਆ ਕਿ ਕਿਰਪਾ ਨੂੰ ਅਸੀਂ ਬਣਾ ਹੀ ਬੜਾ ਛੋਟਾ ਜਿਹਾ ਲਿਆ। ਕਿਉਂਕਿ ਗੁਰੂ ਦੀ ਕਿਰਪਾ ਸੀ ਕੇਵਲ ਪਦਾਰਥਾਂ ਦੇ ਨਾਲ ਜੋੜ ਦਿੱਤੀ। ਦੇਖੋ ਕਿਹਾ ਜਾ ਸਕਦਾ ਇਹ ਵੀ ਗੁਰੂ ਦੀ ਕਿਰਪਾ ਹੈ, ਪਰ ਅਸੀਂ ਕਿਰਪਾ ਨੂੰ ਕੇਵਲ ਪਦਾਰਥਾਂ ਨਾਲ ਹੀ ਜੋੜ ਲਿਆ। ਨੌਕਰੀ ਮਿਲ ਜੇ ਕਹਿ ਦਿੱਤਾ ਗੁਰੂ ਦੀ ਕਿਰਪਾ ਹੋ ਗਈ। ਘਰ ਵਿੱਚ ਧੀ ਪੁੱਤਰ ਜਨਮ ਲੈ ਤੇ ਕਹਿ ਦਿੱਤਾ ਗੁਰੂ ਦੀ ਕਿਰਪਾ ਹੋ ਗਈ। ਘਰ ਸੋਹਣਾ ਮਿਲ ਜੇ, ਕੋਠੀ ਮਿਲ ਜੇ, ਕਾਰ ਮਿਲ ਜੇ, ਕਹਿ ਦਿੱਤਾ ਗੁਰੂ ਦੀ ਕਿਰਪਾ ਹੈ। ਪਰ ਗੁਰੂ ਦੀ ਕਿਰਪਾ ਹੈ ਕੀ ਭਾਈ? ਇਹ ਕੇਵਲ ਪਦਾਰਥ ਨੇ। ਤੇ ਜੇ ਨਹੀਂ ਪਤਾ ਲੱਗਦਾ ਫਿਰ ਆਪਾਂ ਨੂੰ ਸਤਿਗੁਰੂ ਤੋਂ ਪੁੱਛਣਾ ਪਏਗਾ ਨਾ ਕਿ ਗੁਰੂ ਦੀ ਕਿਰਪਾ ਕਿਹੜੀ ਹੈ। ਔਰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਸਾਨੂੰ ਰੋਜ਼ ਹੀ ਸਮਝਾਉਂਦੇ ਨੇ, ਪਰ ਅਸੀਂ ਕਿਹੜਾ ਧਿਆਨ ਦੇਣਾ ਹੁੰਦਾ ਜੀ ਕਿ ਗੁਰੂ ਸਾਹਿਬ ਜੀ ਕੀ ਕਹਿ ਗਏ। ਆਨੰਦ ਸਾਹਿਬ ਦੇ ਵਿੱਚ ਰੋਜ਼ ਹੀ ਸਮਝਾਉਂਦੇ ਨੇ ਕਿ ਗੁਰੂ ਦੀ ਕਿਰਪਾ ਕੀ ਹੈ। ਹੁਣ ਘਰ ਵੱਡਾ ਮਿਲ ਜਾਣਾ, ਕੋਠੀ ਮਿਲ ਜਾਣੀ, ਕੇਵਲ ਇਹ ਗੁਰੂ ਦੀ ਕਿਰਪਾ ਨਹੀਂ। ਧੀ ਪੁੱਤਰ ਮਿਲ ਜਾਣਾ ਹੀ ਗੁਰੂ ਦੀ ਕਿਰਪਾ ਨਹੀਂ। ਕਿਉਂਕਿ ਜੇ ਇਹਨੂੰ ਕਿਰਪਾ ਅਸੀਂ ਕਵਾਂਗੇ, ਔਰ ਫਿਰ ਬਹੁਤ ਸਾਰੇ ਨੇ ਕਿ ਕਿਸੇ ਵੀ ਤਰੀਕੇ ਦੇ ਨਾਲ ਕੋਈ ਐਕਸੀਡੈਂਟ ਹੋ ਜੇ, ਉਹ ਧੀ ਪੁੱਤਰ ਮਰ ਜੇ, ਮੌਤ ਹੋ ਜੇ। ਔਰ ਜਿਹੜੇ ਜਿਨ੍ਹਾਂ ਨੇ ਪਹਿਲੋਂ ਕਿਰਪਾ ਕਿਹਾ ਸੀ ਕਿ ਗੁਰੂ ਦੀ ਕਿਰਪਾ, ਫਿਰ ਉਹ ਗੁਰੂ ਨੂੰ ਲਾਂਭਾ ਵੀ ਦਿੰਦੇ ਨੇ ਕਿ ਰੱਬਾ ਅੱਜ ਤਾਂ ਸਾਡੇ ਨਾਲ ਥੱਲੇ ਆ ਕੇ ਲੜਿਆ ਹੈ, ਅੱਜ ਤਾਂ ਸਾਡੇ ਤੇ ਤੇਰੀ ਕਰੋਪੀ ਹੋ ਗਈ। ਔਰ ਗੁਰੂ ਕਦੇ ਕਿਰਪਾ ਤੇ ਕਦੇ ਕਰੋਪੀ ਨਹੀਂ ਕਰਦਾ। ਜੇ ਕਿਰਪਾ ਕੀਤੀ ਹੈ ਤਾਂ ਉਹ ਕਿਰਪਾ ਵਾਪਸ ਥੋੜੀ ਲੈਂਦਾ ਹੈ ਭਾਈ। ਕਿਉਂਕਿ ਜੇ ਕਿਰਪਾ ਕੇਵਲ ਧੀਆਂ ਪੁੱਤਰਾਂ ਦੇ ਨਾਲ ਜੋੜਾਂਗੇ ਤੇ ਕਦੇ ਧਿਆਨ ਕਰਿਓ ਥੋੜਾ ਜਿਹਾ ਕਿ ਸਿੱਖ ਹੋ ਕੇ ਸੇ ਭਾਵੇਂ ਮੰਗਣਾ ਗੁਰੂ ਤੋਂ, ਪਰ ਧਿਆਨ ਕਰਿਓ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਸਭ ਤੋਂ ਪਹਿਲੋਂ ਸਿੱਖ ਕਿਹੜਾ ਸੀ ਜੀ? ਬੇਬੇ ਨਾਨਕੀ ਜੀ। ਔਰ ਬੇਬੇ ਨਾਨਕੀ ਜੀ ਦੇ ਘਰ ਕੋਈ ਧੀ ਨਹੀਂ, ਕੋਈ ਪੁੱਤਰ ਨਹੀਂ। ਕਦੇ ਨਹੀਂ ਕਿਹਾ ਕਿ ਨਾਨਕ ਵੀਰਾ ਮੈਨੂੰ ਵੀ ਪੁੱਤਰ ਦੇ ਦੇ, ਤੂੰ ਤੇ ਰੱਬ ਹੈ। ਕਿਉਂਕਿ ਉਹਨਾਂ ਤੇ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ। ਉਹਨਾਂ ਨੂੰ ਸਮਝ ਆ ਗਈ ਕਿ ਧੀਆਂ ਪੁੱਤਰ ਹੀ ਕਿਰਪਾ ਨਹੀਂ ਹੁੰਦੇ। ਔਰ ਸਤਿਗੁਰੂ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ
देखो जे इनू आपां पुत्रां नूं धीआं नूं किरपा कवांगे, फिर ਇਹ कहना पेगा जिदन उन्होंने मौत हो जाए जाओ चले जाए कि अज रब ने किरपा वापस ले ली। सतगुरु धन गुरु कलगीधर पातशाह जी 4 साहिबजादे ने, चारे शहीद ने, तो जे किरपा नूं इत्थे जोड़ांगे तो की कहांगे जी कि अकाल पुरख की किरपा नहीं सी 10वें पातशाह ते। हुण असल विच किरपा है कि धन गुरु ग्रंथ साहिब तो पुछिए तो बाबा धन गुरु अमरदास सच्चे पातशाह जी वो सानू रोज़ समझाते हैं आनंद साहिब दे विच एक आनंद शब्द ये भी आप हर थां ते वरतने हाँ जी। 4 पैसे ज़्यादा मिल जाण आनंद आ गया, प्रशादा छक लिया तां भी आनंद आ गया, कोई कपड़ा चंगा सोहना पा लिया तां भी कहंदे आनंद आ गया पा के। पर यह आनंद ते गुरु की किरपा है कि धन गुरु अमरदास जी ने सानू समझाया। जे असीं ना समझीए तो गल वखरी, गुरु साहिब तो रोज़ समझाते हैं। आनंद आनंद सबको कहे, क्योंकि जे केवल पदार्थ आनंद होंदे ना तो बाबा अमरदास जी जदों वो सिख भी नहीं सन बने फिर तो उन्होंने को आनंद बथेरा सी। और धन गुरु अमरदास जी अपने तजर्बे चों कह रहे हैं कि असीं भी उन्होंने आनंद समझ लिया सी, क्योंकि जमीन जायदाद भी है, नाम भी है, घर परिवार भी है, इज्जत शौहरत सब कुछ सी। पर जे नहीं से कुछ वो जिहड़ा बाजारां दे विचों दुनिया दी दुकानां दे विचों मिलदा ही नहीं सी आनंद, वो नहीं सी। और गुरु साहब ने कृपा करके सानू समझाया, कहते आनंद आनंद असीं भी बड़ा किया। आनंद आनंद सबको कहे, आनंद गुरु ते जानिया, जानिया आनंद गुरु ते। हुण आनंद किहड़ा है ते जानिया की, कहते जानिया आनंद सदा गुर ते किरपा करे प्यारिया। और आपां सतगुर जी दा पुछना किरपा है कि, उत्थे गुरु साहब जी कहते ने किरपा करे प्यारिया, कर किरपा किनवे कटे। गुरु ने किरपा करके अंदर दे पाप कट दिते ते किरपा है कि जी, कहते ज्ञान अंजन गुर सारिया। गुरु ने इन्हां नेत्रां विच इन्हां अखां दे विच ज्ञान दा सुरमा पा दिता, अंजन सुरमा। हुण इहदा अर्थ आपां भावर्थ चंगी तरह समझ लिए कि कर किरपा किलवे कट्टे ज्ञान अंजन सारिया। गुरु का बख्शिया होया ज्ञान ही असल विच गुरु की किरपा है। और सतगुरु धन गुरु अमरदास जी कह रहे हैं, गुरु ने ज्ञान का सुरमा अखां दे विच पाया, ये साडे ते किरपा कीती। हुण किरपा किवें हुई जी, ज्ञान का जदों सुरमा पै गया तो किरपा हुई किवें। कहते अंदरों जिनका मोह टूटा तिनका शब्द सच्चा सवारिया। हुण ये किरपा समझ आ गई ना, अंदरों मोह टुट गया। मोह टुटन का भाव ही नहीं कि किसी ने मोह करना ही नहीं, पर हुण ये मोह टुट गया। जिन्ना प्यार जिन्ना मोह अपने ते पुत्र दे नाल सी, उन्ना गवांढी दे ते पुत्र नाल भी है। जिन्ना मोह अपने घर परिवार के नाल है, उन्ना गवांढियों के नाल भी है, क्योंकि गुरु ने ज्ञान का सुरमा जो पा दिता जी कि तेरी धी दे अंदर भी रब आप है, पुत्र दे अंदर भी रब आप है, और ये जिहड़ा सारा संसार है, सारे संसार के अंदर ही रब है। सब में जोत जोत है, सोए गुरु ने ज्ञान का सुरमा पा दिता। हुण जदों गल ही ये समझ आ गई कि सारिਆਂ ਦੇ ਵਿੱਚ जोत हुंदी है, मेरी धी मेरा पुत्र ये मैं मेरी तो मुक गई, हुण लड़ा किंदे नाल, क्रोध किंदे नाल करा। जे सारिਆਂ ਦੇ अंदर रब जी तू आप है, हुण ठगी किंदे नाल मारा, किंदी जेब कट्टा। क्योंकि ज्ञान दा अंजन पा दिता, गुरु ने कृपा कर दी। धन गुरु अमरदास जी के पावन बचन ने, कहते कर कृपा किलवे कट्टे ज्ञान अंजन सारिया। अंदरों जिनका मोह टुटा, ये कृपा हो गई। तो अगे कृपा होर कीती,
कि उस ज्ञान दे नाल कृपा किन्नी हुई। अंदरों जिनका मोह टूटा तिनका शब्द सच्चे सवारे, जिन्हां दा मोह टूट गया तिनका। इत्थे शब्द सच्चे सवारिया का अर्थ ये नहीं कि शब्द ने उन्हां दे जीवन नूं सवार दिता। इत्थे शब्द वरत्या तिनका, जिन्हां दे अंदरों मोह टुटिया उन्हां दा शब्द, शब्द तो भाव बोल बाणी। मेरे गुरु ने ज्ञान दे के कृपा ये की कि उन्हां दे बोल बाणी दे विच सुधार कर दिता। वो बोल जीभ दे नाल जिहड़े बोलदे ने, इहनूं बाबा फरीद जी कहंदे ने, निमन सुवखर खवण गुण जिहबा मणिया मंत हुण। जीभ दे नाल जो कुछ बोलते ने बस वो मोती ही करते ने, मिठा ही बोलते ने। कि तिनका शब्द उन्हां दा बोल मेरे गुरु ने सवार दिता। हुण सतगुरु जी ने इत्थे कृपा दे अर्थ सानूं समझाए कि कृपा असल विच गुरु दा बख्शिया होया ज्ञान है। कर कृपा किन विह कटे ज्ञान अंजन सारिया। अंदरों जिनका मोह टूटा तिनका शब्द सच्चे सवारिया। हुण उत्थे गुरु साहिब जी अखीर ते कहंदे ने, कहो नानक यह आनंद है। पर समझ कित्थों आई? कहंदे आनंद गुरु ते जानिया। ये गुरु ने समझाया, गुरु ने कृपा की, ज्ञान दे दिता, समझ दे दी। गुर पूरै कृपा धारी, ते जदों कृपा कर दी, समझ दे दी। कहंदे प्रभु पूरी लोच हमारी, सारियां लोचां पूरियां हो गई। और ये लोचा, ये लालसा असल विच पूरियां उदन होणियां ने जिदन मर गई, जिदन कोई लोचा कोई लालसा रही ना। और गुरु की समझ तो बिना नहीं पता लगना। जिदन लोचा पूरियां हो गया उधरों अंदरों सचमुच अरदास ये निकलनी है कि सतगुरु जी जे सुख देहन तो तुझे आराधी, दुख पे तुझे त्याई। हुण लोचा ही पूरियां हो गई ने, ना दुख दी रही ना सुख दी रही, ना नरकां दा डर रहा ना स्वर्गां दी चाहत रही। क्योंकि गुरु ने कृपा कर दी, समझ दे दी। गुर पूरै कृपा धारे प्रभु पूरे लोच हमारे। कर इशनान गृह आए आनंद मंगल सुख पाए। हुण जदों समझ आ गई, कर इशनान गृह आए। इशनान कहदा कीता, घर किहड़े विच आ गए। देखो भावें इत्थे कुछ संप्रदाइयां ने लिखिया है, इस शब्द की उठान कर लिखी कि धन गुरु अमरदास सच्चे पातशाह जी लम्मा समा वडाली विखे रहे। तो उतों जो अपने घर दरबार साहब अमृतसर आए, सरोवर में इशनान करके उन्होंने ये शब्द उच्चारण किया। ये उन्हों का मनोत है उन्होंने, पर क्योंकि गुरु साहब की बाणी जुगो जुग अटल है भी किहड़ा इशनान किया, किहड़े घर में आ गए। असल में गुरु के शब्द विच, गुरु की संगत में इशनान करके अपने निज घर में आ गए, अपने हिरदे घर में टिक गए। जिन्हों सतगुरु जी ने पावन बचन बाणी दे विच बहुत थावां ते कहे ने कि मन रे थिर रहो, मना टिकिया रहो। उस घर में आ गए जिथे गुरु साहब जी मन नूं कह रहे हैं, मन रे थिर रहो मत कत जाही जियो। वेखी मता किते होर बाहर ना चला जी। क्यों जी, बाहर क्यों नहीं जाना? कहते जे रब नूं लभण वास्ते बाहर भटक गया, बाहर चला गया, बाहर ढूंढत बहुत दुख पावे। बाहरों मिलेगा तो जरूर, पर मिलेगा केवल दुख ही। बाहरों मिलेगा तो जरूर, पर वो केवल जो कुछ मिलेगा ना वो भरमण ते भटकना मिलेगी। सतगुरु कहते ने घर टिकिया रो, हिरदे घर में टिक। कर इशनान गृह आए, उस घर में टिक। मन रे थिर रहो मत कत जाही जियो। बाहर ढूंढत बहुत दुख पावै, घरे अमृत घट माही जियो। वो अमृत जेड़े अमृत विच इशनान करना वो हिरदे घर विच ही है, वो किते बाहर भी नहीं। हुण अगे गुरु साहब जी फिर कृपा कर रहे हैं।
कर इशनान गृह आए, आनंद मंगल सुख पाए। आनंद मंगल ते सुख, ये सदैवी सुख मिलने उदों ही नहीं जिदन ये मनुआ अंदर हिरदे घर में टिक गया। संतो राम नाम निस्तरिया। संतो संत जनो, ये सानू सारे नू आवाज़ मार के धन गुरु अर्जन देव जी कह रहे हैं, हे गुरु के सिखो राम नाम निस्तरिया। परमेश्वर का नाम जप के इस भवसागर तो पार हो जाइदा है। इस करके करना की है, उठत बैठत हर हर ध्याइए। उठद्या बहिंद्या हर वेले परमेश्वर के नाम नूं ध्याइए। परमेश्वर का नाम ध्याना किवें है जी? परमेश्वर का नाम कहते किनूं ने? गुरु साहब जी ने नाल ही अद्धी पंक्ति विच फिर वो भी समझा दिता। अन दिन सुकृत करिए। अन दिन हर रोज़, हर रोज़ का भाव है हर वेले। सुकृत चंगी किरत करिए, सच की किरत करिए, बस सच ते चलिए। ये तो रब का नाम है, इनू उठते बैठते इतिहास कीदा। हुण गुरु साहब जी अगे फिर बख्शिश करते हैं। ये रहाऊ दी पंक्तियां ने। रहाऊ संत का मार्ग धर्म की पौड़ी, कोवड़ भागे पाए। इस पंक्ति विच गुरु साहब जी ने दो वचन कहे ने, एक धर्म तो दूजा पौड़ी शब्द वरते है। धर्म की है तो पौड़ी की है? देखो, एक पौड़ी वो है जिहड़ी कोठे दे नाल लगी हुए। आपां जानने कि उनका काम सिर्फ इन्ना ही है कि जिहड़े थल्ले ने उन्होंने उत्ते चढ़ा देना, जिहड़े उत्ते ने उन्होंने थल्ले ला देना। पर थल्ले उतरना आप पेगा, चढ़ना भी आप पेगा। पौड़ी ने कुछ नहीं करना, पौड़ी लगी है। धर्म की पौड़ी भी इस तरह है, चढ़ना तो सानू आप ही पेगा। तो जे पहलों हंकार के टेसी उत्ते चढ़ के बैठे धर्म की पौड़ी, तो फिर धर्म की पौड़ी थल्ले भी लाउंदी, निमरता भी लाउंदी है, दोवें काम करती है। हुण ये धर्म है कि जी? संत का मार्ग धर्म की पौड़ी। ये संत का मार्ग ही धर्म की पौड़ी है, संत का रस्ता ही धर्म की पौड़ी है। धर्म किनू किया? जिन्हों सतगुरु जी ने पावन बचन कहे ने, कहते इत मार्ग चलो भाई अड़े। ये पौड़ी दसदे ने, पौड़ी किहड़ी है, किहड़ी पौड़ी ते चढ़ना है। इत मार्ग चलो भाई अड़े, गुर कहे सो कार कमाए। जी वो गुरु जो कहता है वो कार कमाओ, वो काम करो। हुण ये धर्म असल विच है कि ते गुरु कहता की है? धर्म दे जे आपां कोश विचों अखरी अर्थ लभांगे ना, तो धर्म का अर्थ भावें आपां कही जाने हैं कि सिख धर्म, हिंदू धर्म, और खिमा करो ना सिख धर्म है ना हिंदू धर्म है। हिंदू धर्म तो है ही नहीं, वैष्णव धर्म है। और सिख धर्म आप शब्द वरतने हैं, पर भाई साहब जी ने इनू सिख पंथ शब्द किया है। पंथ रस्ता राह। धर्म के अखरी अर्थ असल विच ने फर्ज। हुण गुरु साहब ने कृपा की, फर्ज धर्म का अर्थ है फर्ज। संत का मार्ग धर्म की पौड़ी, असल विच फर्जां की पौड़ी है। संत का रस्ता ये है कि वो धर्म जिहड़े ने सारे दृढ़ हो जान, फर्ज दृढ़ हो जान कि मेरा अपने प्रति की फर्ज है, अपने परिवार के प्रति की फर्ज है, आंढे गुआढ़ी समाज लिए की फर्ज है, देश लिए की फर्ज है। ये फर्ज जिहड़े दृढ़ हो जाने, असल विच धर्म दृढ़ हो गया है। तो धर्म धन गुरु नानक साहब जी का पावन बचन है। उत्थे गुरु साहब जी कहते हैं कि ब्राह्मण ने लोगों के धर्म वक्खो वक्खरी बना दिते। फिर बेनती करते धर्म का अर्थ फर्ज है, क्योंकि ब्राह्मण ने कह दिता जिहड़ा जोगी है, योग साधना करना ही उनका धर्म है। धर्म का अर्थ फर्ज। जिहड़ा ब्राह्मण है
ਆਪਣੇ ਆਪ ਨੂੰ ਕਹਿੰਦੇ ਨੇ ਕਿ ਬਸ ਸਾਡਾ ਧਰਮ ਇੰਨਾ ਹੈ ਕਿ ਅਸੀਂ ਵਿਦਿਆ ਪੜ੍ਹਨੀ ਤੇ ਪੜ੍ਹਾਉਣੀ ਹੈ। ਜਿਹੜਾ ਵੈਸ ਹੈ ਉਹਦਾ ਧਰਮ ਇੰਨਾ ਹੈ ਕਿ ਉਹਨਾਂ ਨੇ ਕਿਰਤ ਕਰਨੀ ਹੈ, ਤੇ ਸ਼ੂਦਰ ਦਾ ਧਰਮ ਜਿਹੜਾ ਕਹਿ ਲਈਏ ਉਹਦਾ ਫਰਜ਼ ਇੰਨਾ ਕਿ ਬਾਕੀ ਤਿੰਨਾਂ ਦੀ ਸੇਵਾ ਹੀ ਕਰਨੀ ਹੈ। ਇਹ ਕਹਿ ਲਈਏ ਕਿ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਕੰਮ ਹੀ ਕਰਨਾ ਹੈ। ਪਰ ਅਸਲ ਵਿੱਚ ਧਰਮ ਹੈ ਕੀ? ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਇਆ, ਉੱਥੇ ਪਾਵਨ ਬਚਨ ਹੈ, ਕਹਿੰਦੇ ਯੋਗ ਸ਼ਬਦੰ ਗਿਆਨ ਸ਼ਬਦੰ। ਇੱਥੇ ਸ਼ਬਦੰ ਦਾ ਅਰਥ ਧਰਮ, ਤੇ ਧਰਮ ਦੇ ਅਰਥ ਆਪਾਂ ਕੀਤੇ ਨੇ ਫਰਜ਼। ਯੋਗ ਸ਼ਬਦੰ ਗਿਆਨ ਸ਼ਬਦੰ, ਜੋਗੀਆਂ ਨੇ ਆਪਣਾ ਧਰਮ ਆਪਣਾ ਫਰਜ਼ ਬਣਾ ਲਿਆ ਕਿ ਅਸੀਂ ਗਿਆਨ ਇਕੱਠਾ ਕਰਨਾ, ਪਰ ਗਿਆਨ ਇਕੱਠਾ ਕੀਤਾ ਵੀ ਬੜਾ ਖੈਰ। ਇਹ ਗੱਲ ਵੱਖਰੀ ਕਿ ਉਸ ਗਿਆਨ ਦੇ ਮੁਤਾਬਕ ਚੱਲੇ ਨਹੀਂ। ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣੈ। ਬ੍ਰਾਹਮਣ ਨੇ ਆਪਣਾ ਧਰਮ ਮਿਥਿਆ ਕਿ ਵੇਦਾਂ ਦਾ ਪਠਨ ਪਾਠਨ ਕਰਨਾ। ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣੈ। ਖੱਤਰੀ ਸ਼ਬਦੰ ਸੂਰ ਸ਼ਬਦੰ, ਖੱਤਰੀਆਂ ਦਾ ਸ਼ਬਦੰ ਧਰਮ। ਸੂਰਮੇਰਾ ਵਾਲਾ ਯੋਧਿਆਂ ਵਾਲਾ, ਜਾਂ ਮਰ ਜਾਣਾ ਜਾਂ ਮਾਰ ਦੇਣਾ। ਧਰਮ ਦੇ ਅਰਥ ਫਰਜ਼ ਨੇ ਨਾ, ਔਰ ਖੱਤਰੀ ਦਾ ਫਰਜ਼ ਇਹ ਹੈ ਆਪਣੇ ਦੇਸ਼ ਦੀ, ਕੌਮ ਦੀ, ਪਰਿਵਾਰ ਦੀ ਰੱਖਿਆ ਕਰਦੇ ਆ। ਮਰ ਜਾਣਾ ਜਾਂ ਮਾਰ ਦੇਣਾ। ਖੱਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਪ੍ਰਾਕਿਰਤ ਹੈ। ਪ੍ਰਾਕਿਰਤ ਦਾ ਅਰਥ ਕਿ ਦੂਜਿਆਂ ਦੀ ਸੇਵਾ ਕਰਨੀ ਹੈ, ਦੂਜਿਆਂ ਦੇ ਘਰਾਂ ਦੇ ਵਿੱਚ ਕੰਮ ਕਰਨਾ, ਉਹਨਾਂ ਦੇ ਜੋੜੇ ਸਾਫ਼ ਕਰਨੇ ਨੇ, ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਗੋਇਆ, ਜਿਹੜਾ ਗੋਇਆ ਕੂੜਾ ਹੈ ਉਹ ਚੁੱਕਣਾ ਹੈ। ਹੁਣ ਇਹ ਤੇ ਉਹਨਾਂ ਨੇ ਆਪੋ ਆਪਣੇ ਧਰਮ ਬਣਾ ਦਿੱਤੇ, ਕਹਿ ਲਈਏ ਕਿ ਬ੍ਰਾਹਮਣ ਨੇ ਬਣਾ ਦਿੱਤੇ। ਪਰ ਸਤਿਗੁਰੂ ਜੀ ਧਰਮ ਅਸਲ ਵਿੱਚ ਹੈ ਕੀ? ਤੇ ਧੰਨ ਗੁਰੂ ਨਾਨਕ ਸਾਹਿਬ ਜੀ ਉੱਥੇ ਸਾਨੂੰ ਸਮਝਾਉਂਦੇ ਨੇ, ਕਹਿੰਦੇ ਨੇ ਖੱਤਰੀ ਬ੍ਰਾਹਮਣ ਸ਼ੂਦਰ। ਖੱਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਪ੍ਰਾਕਿਰਤ ਹੈ। ਸਰਬ ਸ਼ਬਦੰ ਏਕ ਸ਼ਬਦੰ। ਹੁਣ ਸਤਿਗੁਰੂ ਜੀ ਕਹਿੰਦੇ ਨੇ ਸਾਰੇ ਧਰਮਾਂ ਦੇ ਵਿੱਚੋਂ ਕੇਵਲ ਇੱਕੋ ਹੀ ਧਰਮ ਹੈ। ਧਰਮ ਦਾ ਅਰਥ ਫਰਜ਼। ਫਰਜ਼ ਕਿਹੜਾ ਹੈ ਜੀ? ਇੱਕੋ ਹੀ ਫਰਜ਼ ਹੈ। ਉਹ ਕਿਹੜਾ ਫਰਜ਼ ਹੈ ਜੀ? ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭਇਓ। ਪਰ ਉਹ ਧਰਮ ਹੈ ਕਿਹੜਾ ਜੀ? ਫਰਜ਼ ਹੈ ਕਿਹੜਾ? ਉਹ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਇਆ ਖੋਲ੍ਹ ਕੇ, ਕਹਿੰਦੇ ਸਰਬ ਧਰਮ ਮੈਂ ਸ੍ਰੇਸ਼ਟ ਧਰਮ। ਹਰ ਕੋ ਨਾਮ ਜਪ ਨਿਰਮਲ ਕਰਮ। ਬਸ ਦੁਨੀਆ ਦੇ ਵਿੱਚ ਇੱਕੋ ਹੀ ਧਰਮ ਹੈ ਤੇ ਉਹ ਹੈ ਨਿਰਮਲ ਕਰਮ। ਤੇ ਨਿਰਮਲ ਕਰਮ ਉਹ ਕਿਆ ਉਹਨੂੰ ਜਾਏਗਾ ਜਿਹਨੇ ਆਪਣੇ ਸਾਰੇ ਫਰਜ਼ ਪੂਰੀ ਇਮਾਨਦਾਰੀ ਨਾਲ ਨਿਭਾਏ ਹੋਣਗੇ। ਦੇਖੋ ਲੋਕਾਂ ਨੂੰ ਧਰਮ ਦੀ ਸਮਝ ਨਹੀਂ ਨਾ ਲੱਗੀ। ਘਰ ਗ੍ਰਸਤੀ ਨੂੰ ਛੱਡ ਦਿੱਤਾ, ਘਰ ਵਾਲੀ ਨੂੰ ਛੱਡ ਦਿੱਤਾ, ਉਹ ਜਿੱਥੇ ਮਰਜ਼ੀ ਭਾਵੇਂ ਧੱਕੇ ਖਾਏ ਰੁਲੇ, ਤੇ ਲੋਕਾਂ ਦੇ ਵਿੱਚ ਜਾ ਕੇ ਕਹਿਣਾ ਕਿ ਮੈਂ ਤਾਂ ਦੇਸ਼ ਦੀ ਸੇਵਾ ਕਰਨ ਆਇਆ ਜੀ। ਇਹ ਧਰਮ ਥੋੜ੍ਹੀ ਗੁਰੂ ਨੇ ਸਮਝਾਇਆ ਹੈ। ਧਰਮ ਇੱਕੋ ਹੈ ਕਿ ਕਰਮ ਨਿਰਮਲ ਹੋਵੇ, ਤੇਰੇ ਕਰਮਾਂ ਕਰਕੇ ਕਿਸੇ ਨੂੰ ਦੁੱਖ ਨਾ ਜਾਏ, ਆਪਣੇ ਫਰਜ਼ ਤੂੰ ਨਿਭਾਵੇਂ। ਉਰੇ ਸਾਨੂੰ ਧਰਮ ਦੀ ਸਮਝ ਆਏਗੀ ਕਿੱਥੋਂ? ਸਤਿਗੁਰੂ ਜੀ ਨੇ ਪਾਵਨ ਬਚਨ ਕਿਹਾ ਹੈ, ਸਾਧ ਕੈ ਸੰਗ ਦ੍ਰਿੜੈ ਸਭ ਧਰਮ। ਗੁਰੂ ਦੇ ਸੰਗਤ ਕਰਕੇ, ਗੁਰੂ ਦੇ ਸ਼ਬਦ ਦੇ ਵਿਚਾਰ ਕਰਕੇ ਸਾਰੇ ਧਰਮ ਦ੍ਰਿੜ ਹੋ ਜਾਣਗੇ। ਹੁਣ ਸਾਰੇ ਧਰਮ ਦ੍ਰਿੜ ਹੋਣ ਦਾ ਮਤਲਬ ਇਹ ਥੋੜ੍ਹੀ ਇਹ ਹੈ ਕਿ ਸਿੱਖ ਨੂੰ ਹਿੰਦੂ ਜਾਂ ਵੈਸ਼ਨਵ ਧਰਮ ਵੀ ਦ੍ਰਿੜ ਹੋ ਜਾਏਗਾ, ਇਸਲਾਮ ਧਰਮ ਵੀ ਦ੍ਰਿੜ ਹੋ ਜਾਏਗਾ। ਸਾਰੇ ਧਰਮ ਤੋਂ ਭਾਵ ਹੈ ਕਿ ਸਾਰੇ ਫਰਜ਼ ਜਿਹੜੇ ਨੇ ਉਹ ਪੱਕੇ ਹੋ ਜਾਣਗੇ, ਸਮਝ ਲੱਗੇਗੀ। ਹੁਣ ਸਤਿਗੁਰੂ ਜੀ ਨੇ ਇੱਥੇ ਕਿਰਪਾ ਕੀਤੀ, ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵੱਡ ਭਾਗੇ ਪਾਏ, ਪਰ ਇਹ ਕਿਸੇ ਵੱਡੇ ਭਾਗਾਂ ਵਾਲਾ ਨੂੰ ਮਿਲਦੀ ਹੈ ਪੌੜੀ। ਗੁਰੂ ਸਾਹਿਬ ਜੀ ਨੇ ਪੌੜੀ ਇਸ ਮਨੁੱਖਾ ਜੀਵਨ ਨੂੰ ਵੀ ਕਿਹਾ ਹੈ, ਔਰ ਬੜੀ ਕੀਮਤੀ ਪੌੜੀ ਕਿਹਾ ਹੈ।
सतगुरु कहते ने 1,84 जून सुभाई, मानस को प्रभ दी वडियाई। तो फिर कहते ने इस पौड़ी ते जो नर चुका है। ये मानस देही मनुखा देही बड़ी दुर्लभ बड़ी कीमती पौड़ी है। तो जे इस पौड़ी तो भी कोई खुंज गया ना चढ़िया गया, कहते इस पौड़ी ते जो नर चुका है, आए जाए दुख पाएगा। फिर गेड़ा बज्या रहना 84 वाला। संत का मार्ग धर्म की पौड़ी, कोवड भागे पाए। कोट जन्म के किल विखनासे, हर चरणी चित लाए। पर जिन्ने वड्डे भागा वाले ने यह धर्म की पौड़ी प्राप्त कर ली, इस पौड़ी ते चढ़ गया। कहते कोट जन्म के किल विखनासे, उन्होंने करोड़ां जन्मां दे पाप लै जाते हैं। तो इस पौड़ी तो जिहड़ा खुंज गया, गुरु साहब ने उत्ते शब्द वरते सी, इस पौड़ी ते जो नर चुका है, आए जाए दुख पाएगा, वो दुख पाएगा। पर जिन्हें इस पौड़ी को प्राप्त कर लिया, चढ़ गया, वो कोट जन्म के किल विखनासे, उनके नस जाएंगे। तो नसणगे किवें, कहते हर चरनी चित लाए। हरे परमेश्वर गुरु के चरणों में चित ला के इस पौड़ी को जिन्हें प्राप्त कर लिया। उस्तत करो सदा प्रभ अपने, जिन पूरे कल राखी। धन गुरु अर्जन देव जी बख्शिश करते हैं, इस करके हे गुरु के सिखो, अपने उस प्रभु की परमेश्वर की सदा उस्तत करो। उस्तत करो सदा प्रभ अपने, केड़े प्रभु की जी? कहते जिन पूरे कल राखी। इत्थे कल दा अर्थ कलयुग नहीं, कल दा अर्थ सत्या ताकत। जिन्हें ये सृष्टि पैदा करके पूरी सृष्टि के विच ही अपनी ताकत अपनी सत्या रखी, उन्होंने जपो, उनकी उस्तत करो। जे जंत सब भय पवित्रा, सतगुर के सच साखी। तो जिन्हों ने अपने उस पूरे गुरु के परमेश्वर की उस्तत की, वो सारे जी जंत पवित्र हो गए। सतगुरु के सच साखी, गुरु के सच्चे ज्ञान को सच साखी को जान के समझ के वो पवित्र हो गए। बेगन विनाशन सब दुख नासन, सतगुर नाम दृढ़ाया। सतगुर के रारे में फिर सियारी है। सतगुरु ने नाम दृढ़ाया, नाम दृढ़ करवा दिता। तो उन्होंने होया कि कहते बिगन विनाशन सब दुख नासन, सारे दुख भज गए। सारे जिहड़े बिगन पाउंदे सन वो अंदरों दूर चले गए। तो बिगन पाउंदे कौन ने जी? इस सच के रस्ते ते चलदे बिगन पाउंदा कौन है? काम पाएगा बिगन, क्रोध पाएगा, लोभ पाएगा, मोह पाएगा। ये कह लिए कि ये जिहड़े विकार ने ये रुकावटां पाउंदे ने। और गुरु साहब जी ने कृपा की, उन्होंने ये विकार अंदरों खत्म ही कर दिते। वो बिगन ही पा सकते नहीं, वो बिगन ही दूर कर देते। बिगन विनाशन सब दुख नासन, सतगुर नाम दृढ़ाया। खोए पाप भय सब पावन। तो जिन्हों ने नाम दृढ़ कर लिया, उन्होंने सारे पाप अंदरों खोए, उन्होंने गवा दिते। सारे पाप अंदरों कढ़ दिते। सब कहते भय सब पावन, सारे पवित्र हो गए। और देखो सतगुरु धन गुरु नानक साहिब जी ने कृपा की, जिथे जिथे गए किवें अंदरों सारे पावन हो गए जी। सज्जन के कोल गए, नाम दृढ़ करवाया, एको ही शब्द सुनाया सी ना जी, पर उन्हें वो शब्द सुन लिया, समझ लिया, तो जीवन के विच धारण कर लिया। वो सज्जन ठग तो भाई सज्जन बन गया। और शब्द असी हज़ारा ही सुने, रोज़ ही सुने, 50 साल हो गए सुनते। पर जे जीवन के विच एक रत्ती भर भी तब्दीली नहीं ना आई, इहदा मतलब सिर्फ सुनिया तो सुनाया ही है, उहदे ते चले ही नहीं। क्योंकि जे ते चलते भाई सज्जन नूं
ਸੱਜਣ ਠੱਗ ਤੋਂ ਭਾਈ ਸੱਜਣ ਬਣਦਾ ਕਿਤੇ ਕੋਈ ਮਹੀਨੇ ਦਿਨ ਥੋੜ੍ਹੀ ਲੱਗੇ ਸਨ। ਇੱਕੋ ਸ਼ਬਦ ਸੁਣਿਆ ਸੀ, ਬਸ ਦ੍ਰਿੜ ਕਰ ਲਿਆ। ਸਤਿਗੁਰੂ ਨਾਮ ਦ੍ਰਿੜਾਇਆ, ਅੰਦਰ ਦ੍ਰਿੜ ਕਰ ਦਿੱਤਾ, ਪੱਕਾ ਕਰ ਦਿੱਤਾ ਭਈ ਨਾਮ ਤੇਰਾ ਸੱਜਣ ਹੈ। ਪਰ ਕਹਿਦਾ ਸੱਜਣ ਹੈ, ਸੱਜਣ ਤੇ ਉਹ ਜਿਹੜੇ ਹਰ ਵੇਲੇ ਨਾਲ ਰਹਿਣ, ਜਿਹੜੇ ਬਾਂਹ ਕਦੇ ਛੱਡਣ ਨਾ। ਤੇ ਬਾਂਹ ਛੱਡਣੀ ਤੇ ਦੂਰ ਦੀ ਗੱਲ, ਤੂੰ ਲੋਕਾਂ ਦੀਆਂ ਬਾਹਾਂ ਵੱਢ ਵੀ ਦੇਣਾ, ਮਾਰ ਵੀ ਦੇਣਾ, ਤੂੰ ਸੱਜਣ ਕਹਿਦਾ ਹੋਇਆ। ਉਹ ਸਤਿਗੁਰੂ ਦਾ ਪਾਵਨ ਬਚਨ ਆਪ ਸਭ ਨੂੰ ਚੇਤੇ ਹੈ ਕਿ ਸਤਿਗੁਰੂ ਜੀ ਸਮਝਾਉਂਦੇ ਨੇ, ਸੱਜਣ ਸਈ ਨਾਲ ਮੈਂ ਚੱਲਦਿਆਂ ਨਾਲ ਚੱਲਣ। ਸੱਜਣ ਉਹ ਹੈ ਜਿਹੜੇ ਸਾਡੇ ਸਰੀਰ ਛੱਡ ਕੇ ਜਾਣ ਤੋਂ ਬਾਅਦ ਵੀ ਨਾਲ ਜਾਣ। ਤੇ ਉਹ ਸੱਜਣ ਹੈ ਗੁਰੂ ਦਾ ਨਾਮ, ਉਹ ਸੱਜਣ ਹੈ ਗੁਰੂ ਦੇ ਦੱਸੇ ਹੋਏ ਗੁਣ। ਸਤਿਗੁਰੂ ਜੀ ਕਿਰਪਾ ਕਰਦੇ ਨੇ, ਜਦੋਂ ਨਾਮ ਦ੍ਰਿੜ ਕਰਵਾ ਦਿੱਤਾ ਅੰਦਰ ਦੇ ਪਾਪ ਕੱਟੇ ਗਏ। ਜਨ ਨਾਨਕ ਸੁਖ ਘਰ ਆਇਆ। ਧੰਨ ਗੁਰੂ ਅਰਜਨ ਦੇਵ ਜੀ ਆਪਣੇ ਲਈ ਸ਼ਬਦ ਵਰਤਦੇ ਨੇ ਕਿ ਦਾਸ ਨਾਨਕ ਵੀ ਉਸ ਸੁੱਖਾਂ ਦੇ ਘਰ ਵਿੱਚ ਆ ਗਿਆ ਜਿਹੜਾ ਰਹਾਉ ਦੀਆਂ ਪੰਕਤੀਆਂ ਤੋਂ ਪਹਿਲਾਂ ਸ਼ਬਦ ਵਰਤਿਆ ਸੀ। ਕਰ ਇਸ਼ਨਾਨ ਗ੍ਰਹਿ ਆਏ, ਉਸ ਨਿੱਜ ਘਰ ਦੇ ਵਿੱਚ ਆ ਕੇ ਟਿਕ ਗਏ। ਸਤਿਗੁਰੂ ਜੀ ਕਿਰਪਾ ਕਰਨ, ਹੋਈਆਂ ਭੁੱਲਾਂ ਦੀ ਖਿਮਾ। ਆਓ 1-2 ਮਿੰਟ ਹੋਰ ਰਸਨਾ ਦੇ ਨਾਲ ਹਾਜ਼ਰੀ ਲਵਾਈਏ, ਫਿਰ ਸਮਾਪਤੀ ਹੈ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ, ਸਤਿਗੁਰ ਤਾ ਪਾਇਆ ਸਹਿਜ ਸਿਤੇ ਮਨ ਵਜੀਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ, ਸ਼ਬਦੋ ਤਗਾਵੋ ਹਰਿ ਕੇਰਾ ਮਨ ਜਿਨੇ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ, ਏ ਮਨ ਮੇਰਿਆ ਤੂੰ ਸਦਾ ਰਹੋ। ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਅੰਗੀਕਾਰੋ ਕਰੇ ਤੇਰਾ ਕਾਰਜ। ਸਭਨਾ ਗਲਾ ਸਮਰੱਥ ਸੁਆਮੀ ਸੋ ਕਿਉ। ਕਹਿ ਨਾਨਕ ਮਨ ਮੇਰੇ ਸਦਾ ਰਹੋ। ਸਾਚੇ ਸਾਹਿਬਾ ਕਿਆ ਨਹੀਂ, ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹ ਸੋ। ਸਦਾ ਸਿਫਤ ਸਾਡਾ ਤੇਰੇ ਨਾਮ, ਨਾਮ ਜਿਨ ਕੈ ਮਨ ਵਸਿਆ ਵਾਜੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ, ਕਰ ਤੇਰਾ ਸਾਚਾ ਨਾਮ ਮੇਰਾ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਕਰ ਸਾਥ ਸੁਖ ਮਣ ਆਏ ਵਸਿਆ। ਜਿਨ ਇੱਛਾ ਸਭ ਸਦਾ ਕੁਰਬਾਨ ਕੀਤਾ, ਗੁਰੂ ਵਿਟੋਂ ਜਿਹਦੀਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਵਾਜੇ ਪੰਜ ਸ਼ਬਦ, ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ। ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ, ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰਿ ਕੇ।
ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ। ਆਨੰਦ ਸੁਣੋ ਵਡ ਭਾਗਿਓ ਸਗਲ ਮਨੋਰਥ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ। ਸੰਤ ਸਾਜਣ ਭਏ ਸਰਸੇ ਪੂਰੇ ਗੁਰ ਤੇ। ਸੁਣਤੇ ਪੁਨੀਤ ਕਹਤੇ ਪੁਰਖ ਸਤਿਗੁਰੂ ਰਹਾ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਪੂਰੇ। ਸੁਣਤੇ ਪੁਨੀਤ ਕਹਤੇ ਭੁਗਤ ਸਤਿਗੁਰੂ ਰਹਾ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕਰ ਤੂੰ ਪੈਰ ਦਾਸ ਜਿਉ ਪਿੰਡ ਸਭ ਮਾਤ ਪਿਤਾ